एवरीवन, 9th क्लास ਦੀ ਸਟੱਡੀ ਤੁਹਾਡੀ ਸ਼ੁਰੂ ਹੋ ਚੁੱਕੀ ਹੈ ਔਰ ਆਈ ਹੋਪ ਕਿ ਤੁਹਾਡਾ 8th ਦਾ ਰਿਜ਼ਲਟ ਬਹੁਤ ਵਧੀਆ ਰਿਹਾ ਹੋਵੇਗਾ। 9th क्लास ਦਾ ਮੈਥਸ ਦਾ ਡਿਫਿਕਲਟੀ ਲੈਵਲ ਬੇਟਾ ਹਾਇਰ ਹੈ 8th क्लास ਦੇ ਕੰਪੈਰੀਟਿਵ, ਤਾਂ ਆਪਾਂ ਨੂੰ ਪਹਿਲੇ ਮਹੀਨੇ ਤੋਂ ਹੀ ਪਹਿਲੇ ਦਿਨ ਤੋਂ ਹੀ ਬਹੁਤ ਹੀ ਅੱਛੀ ਮਿਹਨਤ ਕਰਨੀ ਚਾਹੀਦੀ ਹੈ ਔਰ ਕਨਸੈਪਟ ਕਲੀਅਰ ਕਰਨੇ ਚਾਹੀਦੇ ਹਨ। ਅਗਰ ਤੁਸੀਂ 9th क्लास ਦੇ ਮੈਥਸ ਦੇ ਕਨਸੈਪਟ ਕਲੈਰਿਟੀ ਕਰੋਗੇ ਤਾਂ 10th क्लास ਦੇ ਵਿੱਚ ਤੁਹਾਨੂੰ ਮੈਥਸ ਵਿੱਚ ਬਹੁਤ ਜ਼ਿਆਦਾ ਆਸਾਨੀ ਹੋਏਗੀ, ਕਿਉਂਕਿ ਉੱਥੇ ਆਪਣੀ ਬੋਰਡ ਦੀ ਕਲਾਸ ਹੋ ਜਾਂਦੀ ਹੈ ਤਾਂ ਟਾਈਮ ਆਪਣੇ ਕੋਲ ਘੱਟ ਰਹਿੰਦਾ ਹੈ। ਤਾਂ 9th क्लास ਵਿੱਚ ਆਪਾਂ ਦਬ ਕੇ ਮਿਹਨਤ ਕਰਨੀ ਹੈ। ਤਾਂ ਮੈਂ 9th क्लास ਦੇ ਸਿਲੇਬਸ ਵਿੱਚ ਤੁਹਾਨੂੰ ਕੋਸ਼ਿਸ਼ ਕਰਾਂਗੀ ਕਿ ਵੱਧ ਤੋਂ ਵੱਧ ਆਪਾਂ ਕਨਸੈਪਟ ਕਲੈਰਿਟੀ ਪਰ ਗੱਲ ਕਰੀਏ ਔਰ ਸਾਰੇ ਕੁਐਸਚਨਸ ਵੀ ਕਵਰ ਕਰੀਏ, ਸਾਰਾ ਸਿਲੇਬਸ ਵੀ ਕਵਰ ਕਰੀਏ। ਪੋਲੀਨੋਮੀਅਲ ਸੈਕੰਡ ਚੈਪਟਰ ਹੈ ਬਹੁਪਦ ਔਰ ਉਹਦਾ ਇਨੀਸ਼ੀਅਲ ਜਿਹੜਾ ਲੈਕਚਰ ਹੈ ਸਟਾਰਟਿੰਗ ਇੰਟਰੋ ਆਪਾਂ ਕਰ ਚੁੱਕੇ ਹਾਂ। ਤੁਸੀਂ ਉਸ ਲੈਕਚਰ ਨੂੰ ਜ਼ਰੂਰ ਵੇਖ ਲਿਓ ਕਿਉਂਕਿ ਸਾਰੇ ਡੈਫੀਨੇਸ਼ਨਸ ਮੈਂ ਕਵਰ ਕੀਤੀਆਂ ਨੇ। ਉਸ ਵੀਡੀਓ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਜ਼ਰੂਰ ਦੇ ਦਵਾਂਗੀ। ਸੋ ਆਪਾਂ ਸ਼ੁਰੂ ਕਰਦੇ ਹਾਂ ਐਕਸਰਸਾਈਜ਼ 2.1 ਤੋਂ। ਮੈਂ ਹਾਂ ਸਰਬਜੀਤ ਤੂਰ ਫਰਮ ਦ ਕੁਐਸਟ ਫॉर ਮੈਥਸ। ऐसे एक चैनल पर तुसी मैथ्स की एक्सक्लूसिव नॉलेज ले सकते हो फ्रॉम स्कूल टू कॉलेज एंड कॉम्पिटिशन्स। सारे प्लेटफॉर्म पर बेटा अपना चैनल अवेलेबल है, तुसी इन्हां नूं फॉलो भी कर लियो और लाइक भी कर लियो। सो आपां शुरू करते हां एक्सरसाइज 2.1। मैं पीडीएफ नूं इंग्लिश मीडियम विच ओपन कीता है, बट नाल नाल जिन्ने भी अपने कोल टर्म्स आणगियां ਉਹ ਮੈਂ ਪੰਜਾਬੀ ਦੇ ਵਿੱਚ ਵੀ ਤੁਹਾਨੂੰ ਨਾਲ ਨਾਲ ਐਕਸਪਲੇਨ ਕਰਦੀ ਰਹਾਂਗੀ। ਤਾਂ ਕੁਐਸਚਨਸ ਪਰ ਆਪਾਂ ਧਿਆਨ ਦੇਣਾ। ਮੈਥਮੈਟਿਕਸ ਦੇ ਵਿੱਚ ਲੈਂਗੁਏਜ ਹੈਜ਼ ਨੈਵਰ ਬੀਨ ਅ ਚੈਲੰਜ। ਸੋ ਆਪਾਂ ਕੁਐਸਚਨਸ ਨੂੰ ਸਮਝੀਏ, ਭਾਸ਼ਾ ਚਾਹੇ ਜਿਹੜੀ ਮਰਜ਼ੀ ਹੋਵੇ। ਪਹਿਲਾ ਕੁਐਸਚਨ ਹੈ ਵਿਚ ਆਫ ਦ ਫੋਲੋਇੰਗ ਐਕਸਪ੍ਰੈਸ਼ਨਸ ਆਰ ਪੋਲੀਨੋਮੀਅਲਸ ਇਨ ਵਨ ਵੇਰੀਏਬਲ ਐਂਡ ਵਿਚ ਆਰ ਨਾਟ ਸਟੇਟ ਰੀਜ਼ਨਸ ਫॉर योर ਆਨਸਰ। ਤਾਂ ਆਪਾਂ ਨੂੰ ਇੱਥੇ ਬਹੁਪਦ ਦੇ ਰੱਖੇ ਨੇ ਔਰ ਉਹਨੇ ਪੁੱਛਿਆ ਹੈ ਕਿ ਉਹ ਕਿਹੜੇ ਬਹੁਪਦ ਨੇ ਜਿਹੜੇ ਕਿ ਸਿਰਫ ਇੱਕ ਚਲ ਦੇ ਵਿੱਚ ਹਨ। ਹੁਣ ਇੱਕ ਚਲ ਦਾ ਮਤਲਬ ਕੀ ਹੈ ਬੇਟਾ, ਜਿਹੜਾ ਤੁਸੀਂ ਇੰਗਲਿਸ਼ ਦੇ ਅਲਫਾਬੈਟਸ ਯੂਜ਼ ਕਰਦੇ ਹੋ A to Z, ਇਹ ਆਪਾਂ ਚਲ ਵਾਸਤੇ ਵੇਰੀਏਬਲ ਲਈ ਯੂਜ਼ ਕਰਦੇ ਆ। ਤਾਂ ਸਿਰਫ ਇੱਕ ਹੀ ਵੇਰੀਏਬਲ ਦਾ ਯੂਜ਼ ਹੋਇਆ ਵਾ ਹੋਵੇ ਉਹ ਕਿਹੜੇ ਬਹੁਪਦ ਹੈਗੇ। ਠੀਕ ਹੈ, ਸੋ ਆਪਾਂ ਪਹਿਲੇ ਪਰ ਨਜ਼ਰ ਲਗਾਈਏ ਤਾਂ 4x² - 3x + 7 ਇਹਦੇ ਵਿੱਚ ਸਿਰਫ x ਦਾ ਇਸਤੇਮਾਲ ਹੋਇਆ ਹੈ, ਸੋ ਇਹ ਆਪਣਾ ਆਨਸਰ ਹੋ ਜਾਏਗਾ, ਇਹ ਹੈਗਾ। ਸੈਕੰਡ y ਦੀ ਪਾਵਰ 2 ਹੈ ਔਰ √2 ਹੈ, ਤਾਂ ਇਹਦੇ ਵਿੱਚ ਜਿਹੜਾ ਵੇਰੀਏਬਲ ਹੈ ਉਹ ਕੀ ਹੈ, y है, तो ये भी आंसर अपना सही है। थर्ड 3√2 + t√2। ਹੁਣ ਤੁਸੀਂ ਇੱਥੇ ਕਹੋਗੇ ਕਿ ਮੈਮ ਇੱਥੇ ਵੀ t ਹੀ ਸਿਰਫ ਯੂਜ਼ ਹੋ ਰਿਹਾ ਹੈ, ਬਟ ਇਹ ਅਸਲ ਵਿੱਚ ਇੱਕ ਪੋਲੀਨੋਮੀਅਲ ਹੈ ਹੀ ਨਹੀਂ। ਕਿਉਂ? ਜੇ ਆਪਾਂ ਪਹਿਲੇ ਲੈਕਚਰ ਦੀ ਗੱਲ ਕਰੀਏ ਉਹਦੇ ਵਿੱਚ ਮੈਂ ਕਲੀਅਰ ਕੀਤਾ ਵੀ ਸੀ, ਇੱਥੇ ਜਿਹੜਾ ਵੇਰੀਏਬਲ ਹੈ ਚਲ ਹੈ 2 ਦੀ ਇੱਕ ਪਾਵਰ ਬਣ ਰਹੀ ਹੈ 1/2। ਇੱਕ ਪੋਲੀਨੋਮੀਅਲ ਬਹੁਪਦ ਦੇ ਵਿੱਚ ਵੇਰੀਏਬਲ ਦੀ ਪਾਵਰ ਕਦੇ ਵੀ ਫ੍ਰੈਕਸ਼ਨ ਵਿੱਚ ਨਹੀਂ ਆ ਸਕਦੀ ਹੈਗੀ, ਉਹ ਇੰਟੀਗਰਲ ਹੀ ਹੁੰਦੀ ਹੈ ਔਰ ਉਹ ਵੀ ਪੋਜ਼ਿਟਿਵ ਇੰਟੀਗਰਲ, ਮਾਈਨਸ ਵਿੱਚ ਵੀ ਨਹੀਂ ਹੋ ਸਕਦੀ। फोर्थ भी देख लिए, चल तो सिर्फ एक ही है y, लेकिन वही गल आ गई कि y की पावर इत्थे कितनी है, y + 2y की पावर इत्थे हैगी है -1। 2/y इन्हों पर रेसिप्रोकेट करांगे तो कितना आ जाएगा, y पावर -1। तो ये पॉलीनोमियल ही नहीं है, बहुपद नहीं है। फिफ्थ देखिए आपां x y t, पावर्स तो ओके ने, सारी पॉजिटिव इंटीग्रल्स ने, लेकिन x y t कितने वेरिएबल्स यूज हो रहे हैं, 3। सो ए भी अपना आंसर नहीं बनेगा। सो अपने सही आंसर सिर्फ फर्स्ट एंड सेकंड पार्ट ही बनणगे। ओके, सेकंड क्वेश्चन वाल चलते हैं अपन। राइट द कोफिशिएंट्स ऑफ x² इन ईच ऑफ द फॉलोइंग। कोफिशिएंट्स, कोफिशिएंट मतलब गुणांक, गुणांक जो भी नाल गुणा हो रहा है। हुण बेटा गुणांक ना दो तरीके नाल लिखे जाते हैं, कई बार वो कोफिशिएंट वर्ड दे दिंदा, कई बार कह दिंदा है कि ਜਿਹੜਾ ਸੰਖਿਆ ਵਾਲਾ ਕੋਫੀਸ਼ੀਐਂਟ ਹੈ ਉਹੀ ਲਿਖੋ, ਸੰਖਿਆਤਮਕ ਗੁਣਾਂਕ ਹੀ ਲਿਖੋ। ਠੀਕ ਹੈ, ਮੈਂ ਤੁਹਾਨੂੰ ਦੋਨੋਂ ਆਨਸਰ ਹੀ ਦੱਸ ਸਕਦੀ ਹਾਂ। ਹੁਣ ਇੱਥੇ x² ਨੂੰ ਚੱਕੋ, ਆ x² ਹੈ, x² ਦੇ ਨਾਲ ਕੀ ਲਿਖਿਆ ਹੈ, ਤੁਸੀਂ ਕੋਈ ਵੀ ਲਿਖਿਆ ਹੈ, ਇਹਨੂੰ ਕਹਿੰਦੇ ਇਨਵਿਜ਼ੀਬਲ ਮੈਥਸ। ਇਨਵਿਜ਼ੀਬਲ ਮੈਥਸ ਕੀ ਹੈ ਕਿ x² ਦੇ ਨਾਲ ਤੁਹਾਨੂੰ ਨੰਬਰ ਨਜ਼ਰ ਨਹੀਂ ਆ ਰਿਹਾ ਤਾਂ ਕਿਹੜਾ ਨੰਬਰ ਹੈ, ਉਹ ਹੈਗਾ ਹੈ 1। ਠੀਕ ਹੈ, ਤਾਂ ਇੱਥੇ ਕੋਫੀਸ਼ੀਐਂਟ ਦਾ ਆਨਸਰ ਕਿੰਨਾ ਹੋ ਗਿਆ ਮੇਰੇ ਕੋਲ 1। ਸੋ ਇਹ ਮੇਰਾ ਆਨਸਰ ਬਣ ਗਿਆ। ਹੁਣ ਇੱਧਰ ਆ ਜਾਓ, ਗੁਣਾਂਕ ਇੱਥੇ ਵੀ ਨਜ਼ਰ ਨਹੀਂ ਆ ਰਿਹਾ, ਬਟ x² ਦੇ ਨਾਲ ਜੇ ਆਪਾਂ 1 ਲਗਾਵਾਂਗੇ ਔਰ ਨਾਲ ਹੀ ਉਹਦਾ ਨਿਸ਼ਾਨ ਚੱਕ ਲਵਾਂਗੇ, ਸੋ x² ਦੇ ਨਾਲ ਮੇਰੇ ਕੋਲ ਕਿਹੜਾ ਅੰਕ ਲਿਖਿਆ ਹੋਇਆ ਹੈ, -1। ਸੋ ਇਹ ਕੋਫੀਸ਼ੀਐਂਟ ਮੇਰਾ -1 ਇੱਥੇ ਆਨਸਰ ਆ ਗਿਆ। ਇੱਧਰ ਆ ਜਾਓ, x² ਦੇ ਨਾਲ ਕੀ ਲਿਖਿਆ ਹੋਇਆ, π/2, ਸੋ π/2 ਆਨਸਰ ਬਣ ਗਿਆ। x² ਦੇ ਨਾਲ ਕੀ ਲਿਖਿਆ ਹੈ, x² ਦੇ ਨਾਲ ਤਾਂ ਕੁਝ ਵੀ ਨਹੀਂ ਲਿਖਿਆ, ਕਿਉਂ? ਕਿਉਂਕਿ x² ਹੀ ਨਹੀਂ ਲਿਖਿਆ ਹੈ, ਬਟ ਸਟਿਲ ਉਹਦਾ ਗੁਣਾਂਕ ਹੋਵੇਗਾ।
ਇਹ ਵੀ ਇਨਵਿਜ਼ੀਬਲ ਮੈਥ ਹੈ। ਕਿਵੇਂ ਇਨਵਿਜ਼ੀਬਲ ਮੈਥਸ ਹੈ? x² ਨਹੀਂ ਹੈ ਪਰ ਉਹਨੂੰ ਆਪਾਂ ਲਿਖ ਸਕਦੇ ਹਾਂ। मैं अपने वालों x² लिख लिया, प्लस का निशान लगा लिया और गुणांक के लगा लांगे 0। सो मैथ्स विच दो तरीके तुसीं इनविजिबिलिटी देख ली। गुणांक नहीं लिखा होया हैगा तो आपां 1 पा सकते हैं, वेरिएबल मेरे को पहला ही सी, बट मेरे को वेरिएबल भी नहीं हैगा, वेरिएबल लिख लो नाल गुणांक ही पा लो 0। सो इत्थे आंसर क्या आ जाएगा 0। सो फर्स्ट सेकंड क्वेश्चन अपना कवर हो गया। नेक्स्ट चलते हैं क्वेश्चन नंबर 3। क्वेश्चन नंबर 3 जेड़ा बेटा है वो एक ओपन एंडेड क्वेश्चन है, मतलब तुसी अपनी मर्जी नाल इस क्वेश्चन दे हजारा आंसर बना सकते हो। सिर्फ एक चीज दी कंडीशन पूरी होनी चाहिए। देखते आपां की कहता है। राइट वन एग्जांपल, सिर्फ एक उदाहरण दो। एक बाइनोमियल बनाओ जिहदी डिग्री कितनी होवे 35। हुण दो चीज़ां दी गल होगी। बाइनोमियल यानी कि दो पदी, तां मेरे कोल टर्म्स जिहड़ियां है बहुपदियां दो पद होने चाहिए, विच प्लस माइनस का निशान होण दो हिस्से होने चाहिए ने। लेकिन डिग्री कितनी होनी चाहिए 35, यानी कि जेड़ा मैं चल ओदे जेड़े विच मैं ओदे चल लवांगी, जेड़ा वेरिएबल लवांगी ओदी मैक्सिमम घात जेड़ी है वो कितनी होनी चाहिए 35 होवे एक बाइनोमियल। तो पहला हम इत्थे रहने हैं, बाद च आपां अगला नाल वाला पार्ट बाद च देखते हैं। सो पहली कंडीशन तुसी लिख लो x पाया और ऊपर पा लिया 35। एक टर्म बनी है, कितनियां बनानियां दो, इधर नाल पाओ प्लस एक पा लो 1। हुण मेन चीज की है दो हिस्से और पावर कितनी है 35। ये आंसर मेरा बिल्कुल सही है। ਇਹਦੇ ਚ हजारों ही ऑप्शंस ਤੁਸੀਂ बना लो, एक ਦਾ बना लो 7, ਇਹਦੇ ਨਾਲ ਪਾ ਲਓ 5, ये भी आंसर ठीक है। ठीक है, हुण होर लिख लो 7x 35 लिख लो -9 पा लो। सो दो टर्म्स होण और मैक्सिमम पावर कितनी होवे मेरे को 35। हुण अगे चलो मोनोमियल। मोनोमियल मतलब एक पदी, सिर्फ एक ही टर्म होनी चाहिए है और पावर कितनी होवे मैक्सिमम 100। तो जिन्ने वेरिएबल है ना a टू लेके z तक सारे लिख दो, पावर 100 पा दो, आंसर थोड़ा आ जाएगा। ठीक है, x की पावर पा दो 100, y की पावर पा दो 100, ये सारे आंसर ठीक ने। z की पावर पा दो 100, जो थानू चंगा लगदा, जो थोड़ा मन करदा ना भी आ आंसर बनाना, तो हर एक बच्चे का आंसर अलग बन जाएगा। ठीक, तुसी ये लिख सकते हो z पा दो, ओदी पावर 100 पा दो, अगे -9 लिख दो, बिल्कुल ठीक है आंसर। फिर पा दो 200 पा दो, नाल पा दो a, ओदी पावर 100 पा दो, ये भी आंसर ठीक है। मोनोमियल है और एक डिग्री 100 है। सो ये आंसर बिल्कुल सारे सही ने, अपनी मर्जी नाल तुसी बनाओ। ਆਪਾਂ क्वेश्चन नंबर 5 ਵੱਲ ਚੱਲਦੇ ਹਾਂ। ਹੁਣ ਦਿੱਤੇ ਹੋਏ ਬਹੁਪਦਾਂ ਨੂੰ ਰੇਖੀ ਬਹੁਪਦ, ਦੋ ਘਾਤੀ बहुपद और तीन घाती बहुपद ਦੇ ਵਿੱਚ ਆਪਾਂ क्लासीफाई करना है। बहुत ही आसान है। घात मतलब पावर, डिग्री, डिग्री मैक्सिमम जेडी है 1 या फिर 2 या फिर 3, ये अलग अलग ਆਪਾਂ चेक करनी। तो इत्थे देखो अपने को x वेरिएबल है, ਉਹਦੀ मैक्सिमम डिग्री कितनी है 2। सो ये मेरे को की होगी 2 घाती यानी कि क्वाड्रेटिक। सेकंड पार्ट दे विच मैक्सिमम डिग्री हैगी है 3। सो ये होगी मेरे को क्यूबिक। पावर 2 यानी कि क्वाड्रेटिक। x की पावर 1 है, सो ये की होगी लीनियर रेखी। t की पावर कितनी है थी 1 है। ये भी देखो इनविजिबल मैथ्स है, t की कोई पावर नहीं नजर आ रही तो पावर कितनी रवांगे 1, क्योंकि t का नजर आ रहा है ना। जे t भी ना होवे तो फिर पावर कितनी है 0। ओके, जिवें कोएफिशिएंट वाला आपा कांसेप्ट कीता सी। सो ये भी की हो गया मेरे को लीनियर। ये लीनियर भी और मोनोमियल भी है। r की पावर कितनी है 2। सो ये की हो गया मेरे को क्वाड्रेटिक। मोनोमियल है क्वाड्रेटिक। लीनियर क्वाड्रेटिक क्यूबिक, इट इज रिलेटेड टू द डिग्री ऑफ द पॉलिनोमियल। ठीक, रेखी दो घाती तीन घाती। और जो पहला किया सी बाइनोमियल, मोनोमियल, ट्राइनोमियल, इट इज रिलेटेड टू द नंबर ऑफ टर्म्स। कितनी टर्म्स अपने को है, यानी कितने हिस्से ने पूरे पॉलिनोमियल दे। 7x क्यूब, x की मैक्सिमम पावर 3 है। सो ये की होगी मेरे को क्यूबिक यानी कि 3 घाती बहुपद। सो ये बहुत ही सिंपल जी एक्सरसाइज से 1 मार्क्स ਦੇ ਵਿੱਚ ਕਵਰ ਹੁੰਦੇ ਨੇ। ਸਕਾਲਰਸ਼ਿਪ ਲਈ ਜਿਹੜੇ ਐਗਜ਼ਾਮਸ ਹੁੰਦੇ ਜਿਹਨੇ NMS ਹੈਗਾ 10th ਕਲਾਸ ਵਿੱਚ ਵੀ ਐਗਜ਼ਾਮ ਹੁੰਦਾ ਹੈ। सो उत्थे है जी 1 मार्क्स वाले बेसिक कंसेप्ट्स वाले क्वेश्चन जरूर पूछे जाते हैं। एग्जामिनेशन पॉइंट ऑफ व्यू ना थोड़ी 9th क्लास के जो पेपर आने ਉਹਦੇ ਵਿੱਚ ਵੀ 1 मार्क्स ਦੇ ਵਿੱਚ क्वेश्चन कवर ਹੁੰਦੇ ਨੇ। सो ਇਹ ਲੈਕਚਰ ਆਪਾਂ ਇੰਨਾ ਹੀ ਰੱਖਾਂਗੇ और ਨੈਕਸਟ ਲੈਕਚਰ ਦੇ ਵਿੱਚ ਐਕਸਰਸਾਈਜ਼ 2.2 ਕਰਾਂਗੇ और ਉਸ ਤੋਂ ਪਹਿਲਾਂ ਜਿਹੜੇ ਕਨਸੈਪਟਸ ਨੇ ਜਿਹੜੀ ਥਿਉਰੀ ਹੈ ਉਹ ਵੀ ਜ਼ਰੂਰ ਦੇਖਾਂਗੇ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।